ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਰੁਕ ਸਭ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੀ ਗੱਲ ਕਰਾਂਗੇ। ਪੰਜਾਬ ਦੀ ਸਿਆਸਤ ਦੇ ਵਿੱਚ ਬਿਜਲੀ ਨੂੰ ਲੈ ਕੇ ਘਮਾਸਾਨ ਬਣਿਆ ਹੋਇਆ। ਬਿਜਲੀ ਦੇ ਉੱਤੇ ਫ੍ਰੀ ਦੀਆਂ ਚਰਚਾਵਾਂ ਤੋਂ ਬਾਅਦ ਹੁਣ ਜਦੋਂ ਸਸਤੀ ਬਿਜਲੀ ਦਾ ਦੌਰ ਸ਼ੁਰੂ ਹੋਇਆ ਸਿਆਸਤ ਦੇ ਵਿੱਚ ਤਾਂ ਵੱਖਰੇ ਕਿਸਮ ਦੀ ਖਲਬਲੀ ਵੇਖਣ ਨੂੰ ਮਿਲ ਰਹੀ ਹੈ। ਇਸ ਦੌਰ ਦੇ ਵਿੱਚ ਹੁਣ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਬੀਤੇ ਦਿਨਾਂ ਵੱਖ-ਵੱਖ ਵਿਰੋਧੀ ਧਿਰਾਂ ਨੂੰ ਨਿਸ਼ਾਨੇ ਦੇ ਉੱਤੇ ਲਿਆ ਗਿਆ ਸੀ। ਸੁਖਬੀਰ ਸਿੰਘ ਬਾਦਲ ਦੇ ਬਿਜਲੀ ਪਲਾਨ ਨੂੰ ਵੀ ਨਿਸ਼ਾਨੇ ਦੇ ਉੱਤੇ ਰੱਖਿਆ ਗਿਆ ਤੇ ਅਰਵਿੰਦ ਕੇਜਰੀਵਾਲ ਦੀ 300 ਯੂਨਿਟ ਫ੍ਰੀ ਬਿਜਲੀ ਵਾਲੀ ਗਰੰਟੀ ਨੂੰ ਵੀ ਨਵਜੋਤ ਸਿੰਘ ਸਿੱਧੂ ਨੇ ਆੜੇ ਹੱਥੀ ਲਿਆ ਸੀ। ਇਸ ਮੌਕੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਕੀ ਕੁਝ ਕਿਹਾ ਹੈ, ਪਹਿਲਾਂ ਤੁਹਾਨੂੰ ਉਹ ਚੀਜ਼ ਸੁਣਾਈਏ ਤੇ ਉਸ ਤੋਂ ਬਾਅਦ ਹੁਣ ਲਗਾਤਾਰ ਆਮ ਆਦਮੀ ਪਾਰਟੀ ਇੱਕ ਤੋਂ ਬਾਅਦ ਇੱਕ ਸਿਆਸੀ ਹਮਲੇ ਜਿਹੜੇ ਆ ਨਵਜੋਤ ਸਿੰਘ ਸਿੱਧੂ ਦੇ ਵੱਲ ਕਰ ਰਹੀ ਹੈ। ਬੇਸ਼ੱਕ ਹਰਪਾਲ ਸਿੰਘ ਚੀਮਾ ਹੋਣ, ਪੂਰੀ ਪ੍ਰੈਸ ਕਾਨਫਰੰਸ ਹੀ ਨਵਜੋਤ ਸਿੰਘ ਸਿੱਧੂ ਦੇ ਉੱਤੇ ਉਹਨਾਂ ਦੇ ਵੱਲੋਂ ਕੀਤੀ ਗਈ ਹੈ। ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਉਹ ਕਲਿੱਪ ਤੁਹਾਨੂੰ ਸੁਣਾ ਦਿੰਦੇ ਹਾਂ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲ ਵਧਦੇ ਹਾਂ। ਦੁਨੀਆ ਦਾ ਸਭ ਤੋਂ ਵੱਡਾ ਕੰਪਨੀ ਕਮਾਉਣ ਛੱਡ ਕੋਠੇ ਦੇ ਲੋਕਾਂ ਫੈਨ ਦੀਆਂ ਚੀਜ਼ਾਂ ਸਾਹ ਲੈਣ ਉਹ ਦਿੱਲੀ ਨੂੰ ਆਇਆ 25 ਲੱਖ ਨੌਕਰੀ 25 ਲੱਖ ਨੌਕਰੀ ਸਵਾਲ ਕਰਦੇ ਹੋ 25 ਲੱਖ ਨੌਕਰੀ ਆਜੋ ਤੂੰ ਇੱਕ ਤੋਂ ਵੱਧ ਇੱਕ ਮੈਂ ਕਹਿੰਦਾ ਪੰਜਾਬ ਦਾ ਮਸਲਾ ਕੀ ਹੈ। ਤੇ ਹੁਣ ਤੁਹਾਨੂੰ ਲਿਆ ਚੱਲਦੇ ਆਮ ਆਦਮੀ ਪਾਰਟੀ ਦੇ ਵੱਲ। ਆਮ ਆਦਮੀ ਪਾਰਟੀ ਦੇ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾ ਦੋਹਾਂ ਦੇ ਵੱਲੋਂ ਮੀਡੀਆ ਦੇ ਨਾਲ ਵਾਰਤਾਲਾਪ ਕੀਤੀ ਗਈ ਅਤੇ ਇਸ ਦਰਮਿਆਨ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਨਿਸ਼ਾਨੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੂੰ ਰੱਖਿਆ। ਉਹਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਹੀ ਬਿਆਨਾਂ ਦੇ ਵਿੱਚ ਆਪ ਹੀ ਉਲਝ ਰਹੇ ਨੇ। ਬੀਤੇ ਦਿਨਾਂ ਇੱਕ MLA ਦੇ ਘਰੇ ਜਾਣਾ ਵੀ ਨਵਜੋਤ ਸਿੰਘ ਸਿੱਧੂ ਦੇ ਲਈ ਕਾਫੀ ਵੱਡੀ ਸਿਆਸੀ ਗਲਤੀ ਸਾਬਤ ਹੁੰਦਾ ਜਾ ਰਿਹਾ ਹੈ, ਕਿਉਂਕਿ ਲਗਾਤਾਰ ਇਹਨਾਂ ਮਸਲਿਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਹੁਣ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਨੇ। ਜਿਹੜੇ ਲੋਕ 10 ਸਾਲ ਰਾਜ ਕਰਕੇ ਗਏ ਔਰ ਕਹਿੰਦੇ ਵੀ ਸਾਡਾ ਰਾਜ ਆਉਣ ਤੇ 400 ਯੂਨਿਟ ਫ੍ਰੀ ਕਰਾਂਗੇ, ਵੀ ਉਦੋਂ ਕਿਉਂ ਨਾ ਕੀਤਾ? ਉਦੋਂ ਤਾਂ ਲੋਕਾਂ ਦੇ ਮੀਟਰ ਪੱਟਤੇ, ਲੋਕਾਂ ਨੂੰ ਕਰਜ਼ੇ ਲੈਣੇ ਪਏ ਔਰ ਇੰਨਾ ਮਾੜਾ ਹਾਲ ਕਰਤਾ ਸੀ ਕਿ ਲੋਕ ਸਾਡੀ ਜਿਹੜੀ ਇੰਡਸਟਰੀ ਹੈ ਉਹ ਸਾਰੀ ਇੱਥੋਂ ਛੱਡ ਕੇ ਕੋਈ ਬੱਦੀ ਚਲਾ ਗਿਆ, ਕੋਈ ਯੂਪੀ ਚਲੇ ਗਏ। ਔਰ ਆ ਸਿੱਧੂ ਸਾਹਿਬ ਨੇ ਕੱਲ ਨਵਾਂ ਹੀ ਇੱਕ ਹੋਰ ਸ਼ਗੂਫਾ ਛੱਡਿਆ। ਕਹਿੰਦੇ ਜੀ ਅਸੀਂ 3 ਰੁਪਏ ਯੂਨਿਟ ਬਿਜਲੀ ਦੇਵਾਂਗੇ ਜਦੋਂ ਸਾਡਾ ਰਾਜ ਆ ਗਿਆ। ਵੀ ਭਲਿਆ ਮਾਨਸਾ, ਹੁਣ ਕਿਸੇ ਨਵਾਜ਼ ਸ਼ਰੀਫ ਦਾ ਰਾਜ ਹੈ ਇੱਥੇ? ਤੇ ਨਾਲੇ ਤਾਂ ਤੁਹਾਡੇ ਕੋਲੇ 62 MLA ਦੀ ਤੁਸੀਂ ਕਰਦੇ ਹੋ ਗੱਲ, ਵੀ ਮੇਰੇ ਨਾਲ 62 MLA ਹੈ ਤੇ ਫਿਰ 62 MLA ਲੈ ਕੇ ਹੁਣੇ ਕਰ ਦਿਓ। ਤੇ ਤੁਹਾਨੂੰ ਯਾਦ ਕੀ ਗੱਲ ਇਲੈਕਸ਼ਨਾਂ ਨੇੜੇ ਹੀ ਆਉਂਦਾ? ਮੈਂ ਤਾਂ ਕਹਿੰਦਾ ਵੀ ਇਲੈਕਸ਼ਨਾਂ ਫਿਰ ਰੋਜ਼ ਹੀ ਹੋਣ। ਲੋਕਾਂ ਨੂੰ ਤੁਸੀਂ 10 ਸਾਲ ਪਹਿਲਿਆਂ ਨੇ ਲੁੱਟਿਆ, ਆ 5 ਸਾਲ ਤੁਸੀਂ ਹੁਣ ਲੁੱਟ ਲਿਆ। ਇੰਨਾ ਬੁਰਾ ਹਾਲ ਕਰਤਾ। ਬਿਜਲੀ ਦੀ ਪ੍ਰੋਡਕਸ਼ਨ ਕਰਨ ਵਾਲੇ ਕਾਰਖਾਨਿਆਂ ਦੇ ਵਿੱਚ ਵੀ ਕਰਪਸ਼ਨ, ਉੱਥੇ ਵੀ ਚਾਈਨੀਜ਼ ਸਮਾਨ ਲਾਇਆ। ਸਾਰੇ ਮੁਲਾਜ਼ਮ ਜਿਹੜੇ ਸਟ੍ਰਾਈਕ ਤੇ, ਅੱਜ ਵੀ ਬਿਜਲੀ ਮੁਲਾਜ਼ਮਾਂ ਦੀ ਸਟ੍ਰਾਈਕ ਹੈ ਤੇ ਤੁਸੀਂ ਉਹਨਾਂ ਦੀ ਗੱਲ ਸੁਣਨ ਦੀ ਥਾਂ ਤੇ ਤੁਸੀਂ ਉਹਨਾਂ ਨੂੰ ਕੁੱਟਦੇ ਹੋ। ਸੋ ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਲੋਕਾਂ ਨੂੰ ਇੰਨਾ ਕੁ ਪੜ੍ਹਾਤਾ, ਕੁੱਟ ਕੇ ਇੰਨਾ ਕੁ ਪੜ੍ਹਾਤਾ ਕਿ ਹੁਣ ਤੁਹਾਡੀਆਂ ਇਹਨਾਂ ਚਾਲਾਂ 'ਚ ਨਹੀਂ ਆਉਣਗੇ। ਔਰ ਅਰਵਿੰਦ ਕੇਜਰੀਵਾਲ ਜਿਹੜਾ ਕਹਿੰਦਾ ਉਹ ਕਰਦਾ, ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਕਰਕੇ ਦਿਖਾਇਆ। ਤੁਸੀਂ ਹੁਣ ਤੱਕ ਸਿਰਫ ਲਾਰੇ ਲਾਏ ਆ। ਲੋਕ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਤੇ ਭਰੋਸਾ ਕਰਨਗੇ ਔਰ 300 ਯੂਨਿਟ ਫ੍ਰੀ ਜਿਹੜੀ 2 ਮਹੀਨਿਆਂ ਦੀ 600 ਯੂਨਿਟ ਬਣਦੀ ਹੈ ਉਹ ਲੈਣਗੇ। ਨਵਜੋਤ ਸਿੰਘ ਸਿੱਧੂ ਜਦੋਂ ਕਾਂਗਰਸ ਦਾ ਪ੍ਰਧਾਨ ਬਣਨਾ ਸੀਗਾ ਉਸ ਸਮੇਂ ਕਦੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਕੇ ਕਹਿੰਦੇ ਸੀਗੇ ਕਿ ਪੰਜਾਬ ਵਿੱਚ ਰੇਤ ਮਾਫੀਆ ਕੰਮ ਕਰ ਰਿਹਾ, ਪੰਜਾਬ ਵਿੱਚ ਸ਼ਰਾਬ ਮਾਫੀਆ ਕੰਮ ਕਰ ਰਿਹਾ, ਪੰਜਾਬ ਵਿੱਚ ਟਰਾਂਸਪੋਰਟ ਮਾਫੀਆ ਕੰਮ ਕਰ ਰਿਹਾ, ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਨ੍ਹਾਂ ਲੋਕਾਂ ਨੇ ਬੇਅਦਬੀ ਹੋਈ ਆ ਉਹਨਾਂ ਨੂੰ ਸਜ਼ਾ ਨਹੀਂ ਹੋਈ, ਪੰਜਾਬ ਵਿੱਚ ਘਰ ਰੁਜ਼ਗਾਰ ਨਹੀਂ ਮਿਲਿਆ, ਪੰਜਾਬ ਵਿੱਚ ਕਿਸਾਨੀ ਦਾ ਕਰਜ਼ਾ ਮਾਫ ਨਹੀਂ ਹੋਇਆ। ਇਹ ਸਾਰੀਆਂ ਗੱਲਾਂ ਲਗਾਤਾਰ ਨਵਜੋਤ ਸਿੰਘ ਸਿੱਧੂ ਪਿਛਲੇ ਲੰਬੇ ਅਰਸੇ ਤੋਂ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਹੁੰਦੇ ਕਹਿੰਦੇ ਸੀਗੇ। ਜਦੋਂ ਕਾਂਗਰਸ ਪਾਰਟੀ ਨੇ
ਉਹਨਾਂ ਨੂੰ ਪੰਜਾਬ ਕਾਂਗਰਸ ਇਕਾਈ ਦਾ ਪ੍ਰਧਾਨ ਥਾਪਤਾ। ਜਦੋਂ ਉਹਨੂੰ ਪ੍ਰਧਾਨ ਬਣਾਤਾ, ਉਸ ਤੋਂ ਬਾਅਦ ਸਿੱਧੇ ਹੀ ਮਾਨਯੋਗ ਸਿੱਧੂ ਸਾਹਿਬ ਸਿੱਧੀ ਕਿਹਦੇ ਘਰ ਚਲੇ ਗਏ? ਜਿਹੜੇ ਲੋਕ ਸ਼ਰਾਬ ਮਾਫੀਆ ਚਲਾ ਰਹੇ ਸੀ। ਨਵਜੋਤ ਸਿੰਘ ਸਿੱਧੂ ਅੱਜ ਪੰਜਾਬ ਵਿੱਚ ਮਾਫੀਆ ਰਾਜ ਚਲਾ ਰਿਹਾ ਹੈਗਾ। ਅੱਜ ਮਾਫੀਆ ਜਿਹੜੀ 75-25 ਦੀ ਗੱਲ ਕਰਦਾ ਹੁੰਦਾ ਸੀਗਾ, ਅੱਜ ਉਹ ਸਾਰਾ ਮੈਂ ਸਮਝਦਾ 75-25 ਨਵਜੋਤ ਸਿੰਘ ਸਿੱਧੂ ਵੱਲ ਆ ਰਿਹਾ ਹੈਗਾ। ਕਿਉਂਕਿ ਜਿੰਨਾ ਲੋਕਾਂ ਤੇ ਉਂਗਲੀ ਉੱਠ ਰਹੀ ਆ ਪੰਜਾਬ ਵਿੱਚ, ਜਿਹੜੇ ਲੋਕਾਂ ਦੇ ਟਾਰਗੇਟ ਤੇ ਨੇ, ਜਿਨ੍ਹਾਂ ਨੂੰ ਪੰਜਾਬ ਦੇ ਲੋਕ ਕਹਿ ਰਹੇ ਨੇਗੇ ਕਿ ਫਲਾਣਾ ਐਮਐਲਏ ਇੱਥੇ ਇਨਵੋਲਵ ਆ, ਫਲਾਣਾ ਮਿਨਿਸਟਰ ਇਨਵੋਲਵ ਆ, ਉਹਨਾਂ ਸਾਰਿਆਂ ਦੇ ਨਾਲ ਨਵਜੋਤ ਸਿੰਘ ਸਿੱਧੂ ਜਿਹੜਾ ਹੈਗਾ ਜਾਰੀ ਪਾ ਕੇ ਬੈਠਾਗਾ ਔਰ ਪੰਜਾਬ ਦੇ ਲੋਕਾਂ ਨੂੰ ਭਲੀ ਭਾਂਤ ਜਾਣੂਗਾ। ਤੇ ਰੁਕ ਕਰਾਂਗੇ ਕਿਸਾਨ ਅੰਦੋਲਨ ਦੇ ਵੱਲ। ਕਿਸਾਨ ਅੰਦੋਲਨ ਦੇ ਵੱਲੋਂ ਲਗਾਤਾਰ ਆਪਣੀ ਵੱਖਰੀ ਕਿਸਾਨ ਸੰਸਦ ਚਲਾਈ ਜਾ ਰਹੀ ਹੈ। ਦੂਜੇ ਪਾਸੇ ਦੇਸ਼ ਦੀ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਚੱਲਦਾ ਪਿਆ। ਬੀਤੇ ਦਿਨਾਂ ਦੇ ਵਿੱਚ ਇੱਕ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿਨ੍ਹਾਂ ਤਸਵੀਰਾਂ ਨੇ ਹਰ ਪਾਸੇ ਕਿਸਾਨ ਸੰਸਦ ਦੀ ਚਰਚਾ ਕਰਵਾ ਦਿੱਤੀ। ਭਾਵ ਕਿ ਦੇਸ਼ ਦੀਆਂ 14 ਦੇ ਕਰੀਬ ਵਿਰੋਧੀ ਧਿਰਾਂ ਦੇ ਵੱਲੋਂ ਕਿਸਾਨ ਸੰਸਦ ਦੇ ਵੱਲ ਕੂਚ ਕਰ ਦਿੱਤੀ ਗਈ। ਕਿਸਾਨ ਸੰਸਦ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਕਿਸਾਨਾਂ ਨੂੰ ਸਮਰਥਨ ਕੀਤਾ ਹੈ। ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਸਾਰੀਆਂ 14 ਦੀਆਂ 14 ਵਿਰੋਧੀ ਧਿਰ ਦੀਆਂ ਪਾਰਟੀਆਂ ਉੱਥੇ ਪਹੁੰਚੀਆਂ ਨੇ। ਇਹਨਾਂ ਪਾਰਟੀਆਂ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਰਾਹੁਲ ਗਾਂਧੀ ਅਤੇ ਉਹਨਾਂ ਦੇ ਨਾਲ ਪੰਜਾਬ ਦੇ ਮੈਂਬਰ ਪਾਰਲੀਮੈਂਟ ਵੀ ਮੌਜੂਦ ਰਹੇ ਨੇ, ਜਿਨ੍ਹਾਂ ਦੇ ਵਿੱਚ ਡਾਕਟਰ ਅਮਰ ਸਿੰਘ ਵੀ ਚਰਚਾ ਦੇ ਵਿੱਚ ਰਹੇ। ਉਧਰ ਦੂਜੇ ਪਾਸੇ DMK, TMC, NCP, SSRJD, SP, CPIM, ਆਮ ਆਦਮੀ ਪਾਰਟੀ, CPI, IUML, RSP, NC, LJD, ਇਹ ਸਾਰੀਆਂ ਵੱਖ-ਵੱਖ ਸਿਆਸੀ ਧਿਰਾਂ ਨੇ ਪਹੁੰਚ ਕੇ ਰਾਹੁਲ ਗਾਂਧੀ ਦੇ ਨਾਲ ਸੰਸਦ ਤੋਂ ਕਿਸਾਨ ਸੰਸਦ ਤੱਕ ਪਹੁੰਚਿਆ ਗਿਆ ਤੇ ਕਿਸਾਨਾਂ ਨੂੰ ਸਮਰਥਨ ਕੀਤਾ ਗਿਆ। ਇਸ ਮੌਕੇ ਦੇ ਉੱਤੇ ਕਿਸਾਨ ਆਗੂਆਂ ਨੇ ਰਾਹੁਲ ਗਾਂਧੀ ਦੇ ਪਹੁੰਚਣ ਨੂੰ ਕਿਸ ਤਰ੍ਹਾਂ ਲਿਆ, ਪਹਿਲਾਂ ਉਹ ਸੁਣਾਉਂਦੇ ਹਾਂ ਤੇ ਉਸ ਤੋਂ ਬਾਅਦ ਵੱਖ-ਵੱਖ ਸਿਆਸੀ ਆਗੂਆਂ ਦਾ ਕੀ ਕੁਝ ਕਹਿਣਾ ਉਹ ਵੀ ਸੁਣਾਵਾਂਗੇ। ਦੇਖੋ ਜੀ, ਅੱਜ ਰਾਹੁਲ ਗਾਂਧੀ ਕਿਸਾਨ ਪਾਰਲੀਮੈਂਟ ਦੇ ਨਾਲ ਇੱਥੇ ਪਹੁੰਚਿਆ, ਉਹਨਾਂ ਦੇ ਨਾਲ MP ਪਹੁੰਚੇ ਨੇ ਸਾਰੇ। ਅਸੀਂ ਇਹ ਗੱਲ ਕਹਾਂਗੇ ਵੀ ਜਦੋਂ ਸਿੱਧੂ ਦੀ ਤਾਜਪੋਸ਼ੀ ਹੋਈ ਆ ਔਰ ਇਹ ਇੱਥੋਂ ਪਾਰਲੀਮੈਂਟ ਸਦਨ ਛੱਡ ਕੇ ਉੱਥੇ ਪਹੁੰਚੇ ਆ, ਜੋ ਅਸੀਂ ਵੋਟਰ ਵਿਪ ਜਾਰੀ ਕੀਤਾ ਹੋਇਆ, ਉਸ ਵੋਟਰ ਵਿਪ ਦੀ ਇਹਨਾਂ ਨੇ ਉਲੰਘਣਾ ਕੀਤੀ ਹੈ। ਇਹਨਾਂ ਨੂੰ ਬਿਲਕੁਲ ਇਦਾਂ ਨਹੀਂ ਸੀ ਕਰਨਾ ਚਾਹੀਦਾ। ਵੋਟਰ ਵਿਪ ਤੋਂ ਭਾਵ ਸੀਗਾ ਵੀ ਜੋ MP ਅੰਦਰ ਜਾਂਦਾ ਉਹ ਆਪਣੀ ਹਾਜ਼ਰੀ ਲਾ ਕੇ ਬਾਹਰ ਨਾ ਆਵੇ, ਕਿਸਾਨਾਂ ਦੇ ਹੱਕ ਵਿੱਚ ਖੜੇ, ਔਰ ਜੇ ਸਦਨ ਉਸ ਨੂੰ ਸਸਪੈਂਡ ਵੀ ਕਰਦਾ ਹੈ ਤੇ ਬਿਲਕੁਲ ਅੰਦਰ ਬੈਠਾ ਰਵੇ, ਅੰਦਰੋਂ ਬਾਹਰ ਨਾ ਆਵੇ ਔਰ ਕਿਸਾਨਾਂ ਦੇ ਹੱਕ 'ਚ ਖੜ ਕੇ ਇਸ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਗੱਲ ਕਰੇ। ਤਾਂ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਜਲਦੀ ਕਰਕੇ ਇਸ ਦਾ ਹੱਲ ਨਿਕਲ ਸਕੇ ਔਰ ਤਿੰਨੇ ਕਾਨੂੰਨ ਰੱਦ ਹੋ ਸਕਣ। ਸਿੱਧੂ ਚੰਡੀਗੜ੍ਹ ਤੋਂ ਆਇਆ ਹੋਇਆ, ਅੱਜ ਸੰਸਦ 'ਚ ਹਿੱਸਾ ਲੈਣ ਆਏ ਸੀਗੇ ਔਰ ਸੰਸਦ 'ਚ ਜਿਹੜੇ ਵੀ ਮਤੇ ਪਾਸ ਹੋਏ ਆ ਜਾਂ ਜਿੰਨੇ ਵੀ ਸਾਰੇ ਬੁਲਾਰੇ ਬੋਲੇ ਆ ਕਿਸਾਨ ਅੰਦੋਲਨ ਬਾਰੇ, ਬਹੁਤ ਹੀ ਸੁਣ ਕੇ ਅੱਛਾ ਲੱਗਿਆ। राहुल गांधी समेत विपक्षी पार्टी आई थी, कैसे देख रहे हो पंजाबी? ਠੀਕ ਹੈ, ਅੱਛੀ ਗੱਲ ਹੈ ਜੇ ਆਏ ਤਾਂ, ਜੋ ਆਏ ਤਾਂ ਅੱਛੀ ਗੱਲ ਹੈ, ਪਰ ਉਹਨਾਂ ਨੂੰ ਦਿਲੋਂ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ। ਅਸੀਂ ਇਹ ਕਹਾਂਗੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ, ਉਹ ਇਕੱਲੀਆਂ ਪੋਲੀਟੀਕਲ ਸਟੇਟਮੈਂਟਸ ਤੱਕ ਸੀਮਿਤ ਨਾ ਕਰਨ ਜਾਂ ਸਿਆਸਤ ਤੱਕ ਸੀਮਿਤ ਨਾ ਕਰਨ। ਉਹਨਾਂ ਨੂੰ ਚਾਹੀਦਾ ਵੀ ਇਹ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਇਹਨਾਂ ਨੂੰ ਰੱਦ ਕਰਾਉਣ। ਜਿੰਨੀਆਂ ਇਸ ਦੇਸ਼ ਦੀਆਂ ਸਿਆਸੀ ਪਾਰਟੀਆਂ ਬੋਲਣ ਵਾਸਤੇ ਮਜਬੂਰ ਹੋ ਰਹੀਆਂ ਨੇ, ਉਹ ਇਸ ਕਿਸਾਨ ਅੰਦੋਲਨ ਦੇ ਵਾਸਤੇ ਕਿਸਾਨ ਅੰਦੋਲਨ ਕਰਕੇ ਬੋਲਣ ਵਾਸਤੇ ਮਜਬੂਰ ਹੋ ਰਹੀਆਂ ਨੇ। ਅਦਰਵਾਈਜ਼ 1991 ਤੋਂ ਬਾਅਦ ਜਿੰਨੀਆਂ ਵੀ ਕੇਂਦਰ 'ਚ ਪਾਰਟੀਆਂ ਆਈਆਂ ਨੇ, ਭਾਵੇਂ ਉਹ ਕਿਸਾਨ ਦੀ ਰਹੀ ਆ, ਕਾਂਗਰਸ ਦੀ ਰਹੀ ਆ, ਸਾਂਝੀਆਂ ਸਰਕਾਰਾਂ ਰਹੀਆਂ ਨੇ, ਸਾਰੀਆਂ ਮਤਲਬ ਸਰਕਾਰਾਂ ਨੇ ਇਹਨਾਂ ਨੀਤੀਆਂ ਨੂੰ ਜਿਹੜਾ ਅੱਗੇ ਵਧਾਇਆ, ਜਿੰਦੇ ਤਹਿਤ ਜਿਹੜਾ ਹੈਗਾ ਕਾਰਪੋਰੇਟ ਨੂੰ ਖੇਤੀ ਖੇਤਰ ਦੇ ਵਿੱਚ ਇਨਵੈਸਟਮੈਂਟ ਕਰਨ ਦਾ ਜਿਹੜਾ ਮੌਕਾ ਉਹ ਦਿੱਤਾ ਗਿਆ। ਔਰ ਇਹ ਉਸੇ ਨੀਤੀ ਦੀ ਜਿਹੜੀ ਕਲਮੀਨੇਸ਼ਨ ਹੈ ਤਿੰਨ ਕਾਨੂੰਨ। ਇਸ ਕਰਕੇ ਜਿੰਨਾ ਸਮਾਂ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇਗੇ, ਉਨਾ ਸਮਾਂ ਸਿਰਫ ਇਸ ਤਰ੍ਹਾਂ ਦੀ ਫੋਕੀ ਹਮਾਇਤ ਜਾਂ ਇੱਥੇ ਬਾਹਰ ਆ ਕੇ ਬੈਠ ਜਾਣਾ ਜਾਂ ਅੰਦਰ ਰੌਲਾ ਰੱਪਾ ਇਹਦੇ ਨਾਲ ਨਹੀਂ ਚੱਲਣਾਗਾ। ਪੂਰੇ ਦੇਸ਼ ਦੇ ਵਿੱਚ ਜਿਵੇਂ ਕਿਸਾਨ ਅੰਦੋਲਨ ਕਰ ਰਹੇ ਹੈਗੇ ਆ, ਸਿਆਸੀ ਪਾਰਟੀਆਂ ਵੀ ਇਸ ਤਰ੍ਹਾਂ ਵੱਡਾ ਅੰਦੋਲਨ ਕਰਨ, ਤਾਂ ही ਜਿਹੜਾ ਇਸ ਦੇश ਦਾ किसान ਜਿਹੜਾ हैगा वो बच सकता है। देखिए, मैं तो देख रहा हूँ बहुत मतलब कि इसको हम बोल सकते हैं कि संघर्ष पार्लियामेंट के अंदर और संघर्ष पार्लियामेंट के बाहर किसान आंदोलन से जुड़े हुए किसान संगठन संयुक्त किसान मोर्चा से जो हैं वो पिछले 8 महीने से ज़्यादा समय से दिल्ली बॉर्डर के ऊपर बैठे हैं। लगातार धरना है, पानी गिर रहा है, तूफान आ रहे हैं, ठंडी पड़ रही है, गर्मी पड़ रही है, इसमें बैठे हैं लगातार। तो ये जो किसान लगातार बैठे हैं, इन्होंने एक माहौल बना दिया है। दिल्ली में संसद है, यहाँ से कुछ गज दूर पार्लियामेंट है। पार्लियामेंट के अंदर भी अपोजिशन पार्टीज़ को इस किसान आंदोलन ने सजेस्ट किया, मजबूर किया। उनको पहले
हमने एक विप जारी किया, पीपल्स विप, वोटर्स विप, जिसमें कहा कि आपको पार्लियामेंट के अंदर किसानों के पक्ष में संघर्ष करना चाहिए। ਤੇ ਤੁਹਾਨੂੰ ਸੁਣਾਉਂਦੇ ਹਾਂ ਕਿ ਕਿਸਾਨ ਸੰਸਦ ਦੇ ਵਿੱਚ ਪਹੁੰਚੇ ਸਿਆਸਤਦਾਨਾਂ ਦਾ ਕੀ ਕੁਝ ਕਹਿਣਾ ਹੈ। पार्लियामेंट में आप जानते हैं क्या हो रहा है। पार्लियामेंट में हम पेगासस की बात करना चाहते हैं, वहाँ पे वो पेगासस की बात नहीं होने दे रहे हैं। नरेंद्र मोदी जी हर हिंदुस्तानी के फ़ोन के अंदर घुस गए हैं और यहाँ पे हम किसानों को, हिंदुस्तान के सब किसानों को अपना पूरा का पूरा समर्थन देंगे। बहुत बहुत धन्यवाद। चर्चा से कोई काम नहीं चलेगा, ये काले कानून है, इनको रद्द करना है। संयुक्त किसान मोर्चा का हम धन्यवाद करते हैं, जो मान सम्मान और आज विशेष तौर पे एक दर्शक दीर्घा स्थापित करके सारे सांसदों को एक ये जो कार्रवाई को में शामिल होने का जो अवसर प्राप्त दिया है संयुक्त किसान मोर्चा, मैं उन सारे संयुक्त किसान मोर्चा के नेतृत्व का धन्यवाद करता हूं। बहुत ही अच्छा लगा। संयुक्त किसान मोर्चा ਨੂੰ मैं ਵਧਾਈ देना ਚਾਹੁੰਦਾ कि वो पार्लीमेंट बहुत ਵਧੀਆ है। किसान ਜਿਹੜੀ पार्लीमेंट चला रहे हैं बहुत अच्छी चला रहे हैं, ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ ਔਰ ਅੱਜ ਅਸੀਂ ਉਹਨਾਂ ਨੂੰ ਸਮਰਥਨ ਦੇਣ ਹੀ ਆਏ ਸੀ। ਸਾਰੀਆਂ ਅਪੋਜੀਸ਼ਨ ਪਾਰਟੀਆਂ ਪਾਰਲੀਮੈਂਟ ਦੀਆਂ ਉਹਨਾਂ ਨੂੰ ਸਮਰਥਨ ਔਰ ਉਹਨਾਂ ਦਾ ਮਨੋਬਲ ਵਧਾਉਣ ਆਏ ਸੀ ਕਿ ਅਸੀਂ ਸੰਸਦ ਦੇ ਅੰਦਰ ਉਹ ਲੜਾਈ ਲੜਦੇ ਹਾਂ, ਤੁਸੀਂ ਇੱਥੇ ਲੜਦੇ ਹੋ, ਆਪਾਂ ਦੋਵੇਂ ਇੱਕ ਹੈਗੇ ਆ ਔਰ ਮੋਦੀ ਜੀ ਦਾ ਅਸੀਂ ਵਿਰੋਧ ਕਰਦੇ ਰਵਾਂਗੇ ਜਦੋਂ ਤੱਕ ਉਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ। ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਨਾ ਚਾਹੁੰਦਾ, ਇਹ ਉਹ ਬੱਚੇ ਨੇ, ਕਿਸਾਨ ਦੇ ਬੱਚੇ ਨੇ, ਉੱਥੋਂ ਪੈਦਾ ਹੋ ਕੇ ਆਏ ਨੇ ਤਾਂ ਉਸ ਧਰਤੀ ਤੋਂ ਆਏ ਨੇ ਜਿਨ੍ਹਾਂ ਨੇ ਦੇਸ਼ ਦੀ ਰਾਖੀ ਵੀ ਕਰਦੇ ਨੇ, ਜਿਨ੍ਹਾਂ ਨੇ ਇੱਥੇ ਤੁਹਾਡਾ ਵੱਡਾ ਮਾਣ ਵਧਾਇਆ 40 ਸਾਲ ਬਾਅਦ ਪੈਦਾ ਲੈ ਕੇ ਦਿੱਤਾ। ਔਰ ਮੈਂ ਅੰਮ੍ਰਿਤਸਰ ਦੀ ਗੱਲ ਕਰਾਂ ਤੇ ਸਾਡੇ ਸਾਰੇ ਬੱਚੇ ਜਿਹੜੇ ਅੰਮ੍ਰਿਤਸਰ ਤੋਂ ਖੇਡਣ ਆਏ ਨੇ 6, ਉਹ ਸਾਰੇ ਕਿਸਾਨਾਂ ਦੇ ਪੁੱਤ ਨੇ। ਇੱਕ ਲੜਕੀ ਹੈ ਸਾਡੀ, ਉਹ ਵੀ ਕਿਸਾਨ ਦੀ ਧੀ ਹੈ। ਅੱਜ ਇੱਕ ਹੀ ਬੇਨਤੀ ਹੈ ਪ੍ਰਧਾਨ ਮੰਤਰੀ ਜੀ ਨੂੰ, ਕੱਢੋ ਵੱਡਾ ਦਿਓ ਅੱਜ ਉਹ ਕਿਸਾਨ ਦੇ ਪੁੱਤ ਨੂੰ ਰਿਪੀਲ ਕਾਨੂੰਨ ਕਰਕੇ ਪਾਸ ਇੱਕ ਵੱਡਾ ਗਿਫਟ ਦਿਓ, ਰਿਪੀਲ ਕਰ ਦਿਓ ਕਾਨੂੰਨ ਸਾਰੇ, ਉਹਨਾਂ ਨੂੰ ਖਾਰਜ ਕਰ ਦਿਓ। ਅੱਜ ਘੱਟੇ ਨਾ ਘੱਟਾ ਵੀ ਹੁੰਦੇ, ਮਿੱਟੀ ਵੀ ਹੁੰਦੇ, ਅੰਨ ਵੀ ਤੁਹਾਨੂੰ ਦਿੰਦੇ ਨੇ, ਤੇ ਅੱਜ ਪੱਗ ਵੀ ਤੁਹਾਡੀ ਉੱਚੀ ਕੀਤੀ ਆ। ਕੱਢੋ ਵੱਡਾ ਦਿਓ ਪ੍ਰਧਾਨ ਮੰਤਰੀ ਜੀ, ਅੱਜ ਉਹਨਾਂ ਨੂੰ ਵੱਡਾ ਗਿਫਟ ਦਿਓ, ਕਾਨੂੰਨ ਵਾਪਸ ਲਓ ਕਾਲੇ ਤੇ। तो ये सिलसिला 2 हफ्ते तो चल रहा तो मेरा ख्याल है भी जे सरकार ने साड़ियाँ मंगां ना मनिया, किसान दी मंगां साड़ियाँ पहली मंग है जी, दूजी मंग साड़ी हैगी है महंगाई जिन्नी जिन्नी हुई है, हद हो गई है भी 100 रुपये लीटर तेल बिकन लग गया है। कौन बंदा मतलब अफोर्ड करूगा, किसान किवें अफोर्ड करूगा? जिहड़ा किसान खेत नूं जांदा ट्रैक्टर दे उत्ते और अज उहनूं 90 रुपये, कांग्रेस के वेले यही 56 रुपये लीटर सीगा, हुणे 90-95 रुपये लीटर है जी। किसान खेती करूगा तो ਉਹਦੀ ਜਿਹੜੀ ਕੀਮਤ ਹੈ, ਮਿਨੀਮਮ ਪ੍ਰਾਈਸ ਹੈ, ਉਹ ਤਾਂ ਵਧਾਈ ਨਹੀਂ ਹੈ ਤੇ ਆ ਵਧਾ ਦਿੱਤਾ, ਤੇਲ ਵਧਾ ਦਿੱਤਾ, ਪੈਟਰੋਲ ਵਧਾ ਦਿੱਤਾ, ਡੀਜ਼ਲ ਦੀ ਮਹਿੰਗਾਈ। ਔਰ ਡੀਜ਼ਲ ਦੇ ਨਾਲ ਹਰ ਚੀਜ਼ ਮਹਿੰਗੀ ਹੁੰਦੀ ਹੈ ਕਿਉਂਕਿ ਢੋਆ ਢੁਆਈ ਜਿਹੜੀ ਇੱਧਰ ਉੱਧਰ ਲੋਕ ਜਾਂਦੇ ਨੇ, ਆਖਰ ਟਰੱਕਾਂ ਤੇ ਜਾਂਦੇ ਨੇ, ਬੱਸਾਂ ਤੇ ਜਾਂਦੇ ਨੇ, ਉਹ ਇੰਨਾ ਜ਼ਿਆਦਾ ਮਹਿੰਗਾਈ ਹੋ ਗਈ ਹੈ ਵੀ ਗਰੀਬ ਆਦਮੀ ਦਾ ਜੀਣਾ ਮੁਸ਼ਕਿਲ ਹੋਇਆ ਹੋਇਆ। हम किसान की लड़ाई पार्लियामेंट के अंदर और बाहर भी लड़ रहे, आज उनको हौसला बढ़ाने के लिए हम यहाँ आए हैं और ये लड़ाई हम उनकी लड़ते हैं, लड़ते रहे। लेकिन आए थे, लेकिन आपको बोलने नहीं दिया गया। नहीं, ये तो पहले ही भी फिक्स था कि नहीं बोलना। हम तो एज ए वो तो कुछ है ही नहीं था बोलने का, तो पहले में ही नहीं था। तो किस तरीके से अलग थी? अलग क्या यार, ये हम सपोर्ट देने आए हैं। ਤੇ ਹੁਣ ਵਧਾਂਗੇ ਕੇਂਦਰ ਸਰਕਾਰ ਦੇ ਇੱਕ ਹੋਰ ਫੈਸਲੇ ਤੇ ਵੱਲ। ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ, ਜਿਸ ਦੇ ਤਹਿਤ ਇੱਕ ਵੱਡੇ ਖੇਡ ਅਵਾਰਡ ਦਾ ਨਾਮ ਬਦਲ ਦਿੱਤਾ ਗਿਆ। ਦੱਸਦੇ ਕਿ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਾਮ ਬਦਲ ਦਿੱਤਾ ਗਿਆ। ਇਸ ਦਾ ਨਾਮ ਬਦਲ ਦਿੱਤਾ ਗਿਆ। ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਨਾਮ ਰੱਖਿਆ ਗਿਆ ਹੈ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ, ਜਿਸ ਨੂੰ ਲੈ ਕੇ ਹਰ ਪਾਸੇ ਹੁਣ ਸਿਆਸੀ ਖਲਬਲੀ ਮਚਣੀ ਸ਼ੁਰੂ ਹੋ ਚੁੱਕੀ ਹੈ। ਦੱਸਦੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਖੇਲ ਰਤਨ ਪੁਰਸਕਾਰ ਹੁਣ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਵਜੋਂ ਜਾਣਿਆ ਜਾਏਗਾ। ਖੇਲ ਰਤਨ ਪੁਰਸਕਾਰ ਦੇਸ਼ ਦਾ ਸਰਵਉੱਚ ਖੇਡ ਸਨਮਾਨ ਹੈ। ਇਸ ਨੂੰ ਅਧਿਕਾਰਿਕ ਤੌਰ ਤੇ ਖੇਡਾਂ ਅਤੇ ਖੇਡਾਂ ਵਿੱਚ ਖੇਲ ਰਤਨ ਪੁਰਸਕਾਰ ਦੇਸ਼ ਦਾ ਸਰਵਉੱਚ ਸਨਮਾਨ ਮੰਨਿਆ ਜਾਂਦਾ ਹੈ। ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਵਜੋਂ ਇਸ ਨੂੰ ਜਾਣਿਆ ਜਾਂਦਾ ਸੀ, ਹੁਣ ਇਸ ਦਾ ਨਾਮ ਬਦਲ ਦਿੱਤਾ ਗਿਆ। ਸਰਕਾਰ ਦਾ ਇਹ ਫੈਸਲਾ ਓਲੰਪਿਕ ਤਗਮੇ ਦੀ 41 ਸਾਲਾਂ ਦੀ ਉਡੀਕ ਨੂੰ ਖਤਮ ਕਰਨ ਤੋਂ ਬਾਅਦ ਲਿਆ ਗਿਆ ਹੈ। ਦੱਸ ਦਈਏ ਕਿ ਜਰਮਨੀ ਨੂੰ 5-4 ਨਾਲ ਹਰਾਇਆ ਇਹ ਦੇਸ਼ ਦੇ ਹਾਕੀ ਖਿਡਾਰੀਆਂ ਨੇ 1980 ਦੇ ਵਿੱਚ
ਮਾਸਕੋ 올림픽 ਤੋਂ ਬਾਅਦ ਦੇਸ਼ ਲਈ ਪਹਿਲਾ ਹਾਕੀ ਮੈਡਲ ਹਾਸਲ ਕੀਤਾ ਗਿਆ, ਜਿਸ ਤੋਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਅਤੀਤ ਦੇ ਵਿੱਚ ਇਹ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੇ ਵਿੱਚ ਵਿਰਾਟ ਕੋਹਲੀ ਦਾ ਨਾਮ ਸ਼ਾਮਿਲ ਹੈ। ਹਾਕੀ ਦੇ ਮਹਾਨ ਖਿਡਾਰੀ ਸਰਦਾਰ ਸਿੰਘ, ਸਾਨੀਆ ਮਿਰਜ਼ਾ, MS ਧੋਨੀ, ਵਿਸ਼ਵਨਾਥ ਆਨੰਦ, ਧਨਰਾਜ ਪੱਲੇ ਅਤੇ ਸਚਿਨ ਤੇਂਦੁਲਕਰ ਨੂੰ ਹੁਣ ਤੱਕ ਇਹ ਅਵਾਰਡ ਮਿਲ ਚੁੱਕੇ ਨੇ। ਵਕਾਰੀ ਪੁਰਸਕਾਰ ਵਿੱਚ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਹੁੰਦੀ ਹੈ। ਮੋਦੀ ਨੇ ਇੱਕ ਟਵੀਟ ਦੇ ਜ਼ਰੀਏ ਇਸ ਚੀਜ਼ ਦੀ ਸਾਰੀ ਜਾਣਕਾਰੀ ਦਿੱਤੀ ਹੈ। ਇਸ ਤੋਂ ਲੈ ਕੇ ਜੋ ਸਿਆਸਤ होने लगी है वो भी ਤੁਹਾਨੂੰ ਸੁਣਾਉਂਦੇ ਹਾਂ। जिस तरह से सरदार पटेल स्टेडियम का नाम बदलकर उन्होंने नरेंद्र मोदी कर दिया, सुन लीजिए, तो इसलिए हमें तो उम्मीद थी कि अब राजीव गांधी खेल अवार्ड का नाम भी नरेंद्र मोदी जी अपने नाम से करेंगे, लेकिन ये तो मेजर ध्यानचंद के नाम पे है। हमको निराशा हुई है। हम तो सोचते थे नरेंद्र मोदी खुद के नाम करेंगे। देखो मेजर ध्यानचंद जी ਜਿਹੜੇ ਸਾਡੇ ਬੜੇ ਅੱਛੇ ਓਲੰਪੀਅਨ ਹੋਏ ਨੇ, ਬੜਾ ਲੰਬਾ ਉਹਨਾਂ ਦਾ ਨਾਂ ਗਾ, ਬਹੁਤ ਉਹਨਾਂ ਨੇ ਬੜੀ ਘਾਲਣਾ ਕੀਤੀ ਹੈ ਔਰ ਦੇਸ਼ ਦੇ ਲਈ ਬਹੁਤ ਸਾਰੇ ਮੈਡਲ ਵੀ ਜਿਹੜੇ ਹੈਗੇ ਨੇ ਉਹਨਾਂ ਨੇ ਲਏ ਨੇਗੇ। ਸੋ ਉਹਨਾਂ ਦੇ ਨਾਂ ਤੇ ਵੀ ਜਿਹੜਾ ਹੈਗਾ ਖੇਡ ਰਤਨ ਹੋਣਾ ਚਾਹੀਦਾ, ਕੋਈ ਨਾ ਖੇਡ ਅਵਾਰਡ ਹੋਣਾ ਚਾਹੀਦਾ। ਜਿਹੜਾ ਆਲਰੇਡੀ ਰਾਜੀਵ ਗਾਂਧੀ ਦੇ ਨਾਂ ਤੇ ਚੱਲ ਰਿਹਾ ਸੀ ਉਹਨੂੰ ਇੱਕ ਹੋਰ ਨਾਂ ਦੇ ਦਿੰਦੇ, ਕੋਈ ਨਵਾਂ ਅਵਾਰਡ ਜਿਹੜਾ ਹੈਗਾ ਸ਼ੁਰੂ ਕੀਤਾ ਜਾ ਸਕਦਾ ਸੀਗਾ। ਸੋ ਹੁਣ ਅਵਾਰਡਾਂ ਦੇ ਨਾਂ ਤੇ ਵੀ ਜਿਹੜੀ ਆ ਬੀਜੇਪੀ ਰਾਜਨੀਤੀ ਨਾ ਕਰੇ। ਇਸ ਖਬਰ ਦੇ ਉੱਤੇ ਸਿੱਧਾ ਚੱਲਾਂਗੇ ਤਰੁਣ ਚੁੱਗ ਦੇ ਵੱਲ। ਤਰੁਣ ਚੁੱਗ ਨੇ ਵੀ ਇਸ ਖਬਰ ਦੇ ਉੱਤੇ ਵੱਡਾ ਬਿਆਨ ਦਿੱਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਅੱਜ ਭਾਰਤ ਦੇ ਖੇਲ ਰਤਨ ਪੁਰਸਕਾਰ ਦਾ ਨਾਮ ਮੇਜਰ ਧਿਆਨਚੰਦ ਖੇਲ ਰਤਨ ਪੁਰਸਕਾਰ ਕੀਤਾ ਹੈ। ਬੜਾ ਸ਼ਲਾਘਾਯੋਗ ਕਦਮ ਹੈ। ਮੈਂ ਵਧਾਈ ਦੇਣਾ ਕਿ ਬੜੀ ਦੇਰ ਬਾਅਦ ਖੇਲ ਰਤਨ ਪੁਰਸਕਾਰ ਨੂੰ ਬਦਲਿਆ ਗਿਆ ਔਰ ਜਿਹੜੇ ਕਾਂਗਰਸ ਦੇ ਲੋਕ ਅੱਜ ਇਸ ਗੱਲ ਤੇ ਟੀਕਾ ਟਿੱਪਣੀ ਕਰ ਰਹੇ, ਆਪਣਾ ਗਿਰੇਬਾਨ ਚਾਕਣ ਔਰ ਆਪਣਾ ਮੈਥਮੈਟਿਕ ਠੀਕ ਕਰੋ। ਹਿੰਦੁਸਤਾਨ 'ਚ 422 ਸੰਸਥਾਨ ਨੇ ਜਿਹੜੀਆਂ ਕੇਵਲ ਗਾਂਧੀ ਤੇ ਨਹਿਰੂ ਪਰਿਵਾਰ ਦੇ ਨਾਂ ਤੇ ਨੇ। ਪੰਡਿਤ ਜਵਾਹਰ ਲਾਲ ਨਹਿਰੂ ਬਹੁਤ ਰਿਸਪੈਕਟਡ, ਲੇਕਿਨ 90 ਸਰਕਾਰੀ ਯੋਜਨਾਵਾਂ, ਸੰਸਥਾਨ, ਖੇਲ ਰਤਨ ਉਹਨਾਂ ਦੇ ਨਾਮ ਤੇ। ਇੰਦਰਾ ਗਾਂਧੀ ਦੇ ਨਾਂ ਤੇ 132 ਪ੍ਰੋਜੈਕਟ ਚੱਲ ਰਹੇ, 4 ਖੇਲ ਰਤਨ ਉਹਨਾਂ ਦੇ ਨਾਂ ਤੇ ਨੇ। ਰਾਜੀਵ ਗਾਂਧੀ ਦੇ ਨਾਂ ਤੇ 209 ਪ੍ਰੋਜੈਕਟ ਚੱਲ ਰਹੇ ਨੇ, 23 ਖੇਲ ਪੁਰਸਕਾਰ ਨੇ, 57 ਸਿੱਖਿਅਕ ਸੰਸਥਾਨ ਨੇ। ਹਿੰਦੁਸਤਾਨ 'ਚ 50 ਰਾਸ਼ਟਰੀ ਵਿਸ਼ਵ ਵਿਦਿਆਲੇ ਨੇ ਜਿਹੜੇ ਗਾਂਧੀ ਪਰਿਵਾਰ ਦੇ ਨਾਮ ਤੇ। ਉਧਰ ਬੀਤੇ ਦਿਨੀ ਟੋਕੀਓ 올림픽ਸ ਦੇ ਵਿੱਚ ਭਾਰਤ ਦੀ ਮਹਿਲਾ ਹਾਕੀ ਟੀਮ ਦੇ ਹੱਥ ਬੇਸ਼ੱਕ ਕੋਈ ਤਗਮਾ ਨਹੀਂ ਲੱਗ ਚੁੱਕਿਆ, ਪਰ ਫਿਰ ਵੀ ਉਹਨਾਂ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਉਹ ਕਾਬਿਲੇ ਤਾਰੀਫ ਸੀ ਅਤੇ ਹਰ ਪਾਸੇ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਬੇਸ਼ੱਕ ਦੇਸ਼ ਦੀਆਂ ਧੀਆਂ ਤਗਮੇ ਤੋਂ ਖੁੰਝੀਆਂ ਨੇ, ਪਰ ਦੇਸ਼ ਨੂੰ ਇਹਨਾਂ ਦੇ ਉੱਤੇ ਮਾਣ ਹੈ ਕਿਉਂਕਿ ਇਹਨਾਂ ਨੇ ਆਉਣ ਵਾਲੀਆਂ ਧੀਆਂ ਦੇ ਲਈ ਟੋਕੀਓ 올림픽ਸ ਦੇ ਵਿੱਚ ਬਹੁਤ ਵੱਡੇ ਰਸਤੇ ਖੋਲ੍ਹ ਦਿੱਤੇ ਨੇ। ਇਹਨਾਂ ਸਾਰੀਆਂ ਧੀਆਂ ਦੇ ਨਾਲ ਚਰਚਾ ਕੀਤੀ ਹੈ। ਉੜੀਸਾ ਦੇ ਮੁੱਖ ਮੰਤਰੀ ਦਾ ਹਾਕੀ ਟੀਮਾਂ ਦੇ ਪਿੱਛੇ ਬਹੁਤ ਵੱਡਾ ਸੰਘਰਸ਼ ਹੈ। ਜੀ ਹਾਂ, ਗੱਲ ਉਸ ਦੌਰ ਦੀ 2018 ਦੇ ਕਰੀਬ ਦੀ ਕਰਾਂਗੇ ਜਦੋਂ ਟੋਕੀਓ 올림픽ਸ ਦੇ ਵਿੱਚ ਜਾਣ ਵਾਲੀਆਂ ਮਹਿਲਾ ਅਤੇ ਪੁਰਸ਼ ਹਾਕੀ ਟੀਮ ਨੂੰ ਕੋਈ ਸਪਾਂਸਰ ਨਹੀਂ ਸੀ ਕਰ ਰਿਹਾ। ਉਸ ਵਕਤ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਵੱਲੋਂ ਇਹਨਾਂ ਨੂੰ ਸਪਾਂਸਰਸ਼ਿਪ ਦਿੱਤੀ ਗਈ ਸੀ, ਭਾਵ ਕਿ ਇਹਨਾਂ ਦੇ ਉੱਤੇ ਹੋਣ ਵਾਲਾ ਖਰਚਾ ਉੜੀਸਾ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ। ਇਸ ਕਰਕੇ ਇਹਨਾਂ ਦੀ ਹਰ ਪਾਸੇ ਸ਼ਲਾਘਾ ਵੀ ਹੋ ਰਹੀ ਹੈ ਤੇ ਭਾਰਤ ਦੀ ਮਹਿਲਾ ਹਾਕੀ ਟੀਮ ਦੇ ਕਪਤਾਨ ਰਾਣੀ ਰਾਮਪਾਲ ਦੇ ਵੱਲੋਂ ਵੀ ਇਹਨਾਂ ਦਾ ਧੰਨਵਾਦ ਕੀਤਾ ਗਿਆ। लड़के आपने बहुत मेहनत किया है, बहुत अच्छा खेला था, अपने गेम हार गया पर हमारे दिल जीत गए हैं। आप सबको बधाई हो क्योंकि आपने इतना मेहनत किया है। आप यहाँ 17 तारीख आ रहे हैं, फिर हम मिलेंगे, फिर आप सबको मैं बधाई देता हूँ क्योंकि आपने इतना मेहनत किया है, इतनी अच्छी तरह खेला है। थैंक यू सर, हमारी पूरी टीम की तरफ से आपका बहुत बहुत धन्यवाद। उड़ीसा सरकार ने हमें इस जर्नी में बहुत हेल्प की है। जैसे उड़ीसा गवर्नमेंट ऑलरेडी हमारी कंट्री में स्पोर्ट्स का एक हब बन चुका है, इतने इंटरनेशनल टूर्नामेंट्स आप होस्ट करवाते हो, हमारी टीम को उड़ीसा गवर्नमेंट स्पॉन्सर करती है, तो इस जर्नी में आपका बहुत बड़ा रोल रहा है। तो क्रेडिट आपको भी जाता है कि आपने हमें हर मोमेंट पे इनकरेज किया, सपोर्ट किया। सो हमारी पूरी टीम की तरफ से आपको बहुत बहुत थैंक यू। आप सब खुश रहिए, आपका बहुत समय आगे है, मेहनत करते जाइए। धन्यवाद, नमस्कार।
और हम सब उड़ीसा में आपको सपोर्ट करते जाएंगे। ਜਿਵੇਂ ਜਿਵੇਂ 2022 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਉਵੇਂ ਆਮ ਲੋਕਾਂ ਦਾ ਸ਼ਿਕੰਜਾ ਸਰਕਾਰ ਦੇ ਆਲੇ ਦੁਆਲੇ ਕੱਸਦਾ ਜਾ ਰਿਹਾ। ਜੀ ਹਾਂ, ਪੰਜਾਬ ਦੀ ਸਰਕਾਰ ਦੇ ਲਈ ਆਉਣ ਵਾਲਾ ਸਮਾਂ ਹੋਰ ਵੀ ਸਖਤ ਹੁੰਦਾ ਜਾ ਰਿਹਾ ਕਿਉਂਕਿ ਹਰ ਪਾਸੇ ਪੰਜਾਬ ਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਨਾਅਰੇਬਾਜ਼ੀ ਹੁੰਦੀ ਹੈ, ਉਹਨਾਂ ਦੇ ਮੰਤਰੀਆਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਹੋ ਰਹੇ ਨੇ। ਮੰਤਰੀਆਂ ਨੂੰ ਪਿੰਡਾਂ ਦੇ ਵਿੱਚ ਜਾਈ ਤੇ ਘੇਰਿਆ ਜਾਂਦਾ ਹੈ, ਉਹਨਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਜਾਂਦੀਆਂ ਨੇ, ਨਾਅਰੇਬਾਜ਼ੀ ਕੀਤੀ ਜਾਂਦੀ ਹੈ। ਅਜਿਹੇ ਦੌਰ ਦੇ ਵਿੱਚ ਵੱਖੋ ਵੱਖਰੀਆਂ ਜਥੇਬੰਦੀਆਂ ਜੋ ਪ੍ਰਦਰਸ਼ਨ ਕਰ ਰਹੀਆਂ ਨੇ ਉਹ 2022 ਨੂੰ ਨਿਸ਼ਾਨੇ ਦੇ ਉੱਤੇ ਲੈ ਕੇ ਚੱਲ ਰਹੀਆਂ ਨੇ। ਬੀਤੇ ਦਿਨਾਂ ਰੂਪਨਗਰ ਦੇ ਵਿੱਚ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ। ਉਹਨਾਂ ਨੇ ਚਰਨਜੀਤ ਚੰਨੀ ਨੂੰ ਲੈ ਕੇ ਐਲਾਨ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਚਰਨਜੀਤ ਚੰਨੀ ਨੂੰ ਪਿੰਡਾਂ ਦੇ ਵਿੱਚ ਵੜਨ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਜਾਏਗਾ। ਦੱਸਦੀ ਕਿ ਬੀਤੇ ਦਿਨਾਂ ਮਿਲਕਫੈਡ ਤੇ ਡਾਇਰੈਕਟਰਾਂ ਦੀ ਚੋਣ ਹੋਈ ਹੈ। ਇਸ ਮਾਮਲੇ ਦੇ ਵਿੱਚ ਲਗਾਤਾਰ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਜਾ ਰਹੀਆਂ। ਇਸ ਸਬੰਧ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨਾਲ ਸੰਬੰਧਿਤ ਕਿਸਾਨਾਂ, ਸਹਿਕਾਰੀ ਸਭਾਵਾਂ ਦੇ ਪ੍ਰਧਾਨਾਂ ਅਤੇ ਦੁੱਧ ਉਤਪਾਦਕਾਂ ਦੇ ਵੱਲੋਂ ਗੁਰਦੁਆਰਾ ਸ਼੍ਰੀ ਸ਼ਹੀਦਗੰਜ ਸਾਹਿਬ ਮੋਰਿੰਡਾ ਵਿਖੇ ਭਰਵੀਂ ਮੀਟਿੰਗ ਕੀਤੀ ਗਈ ਸੀ, ਜਿਸ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ ਕਿ ਕੈਬਨਿਟ ਮੰਤਰੀ ਨੇ ਹਲਕਾ ਵਿਧਾਇਕ ਤੇ ਮਿਲਕ ਪਲਾਂਟ ਮੋਹਾਲੀ ਦੀ ਚੋਣ ਦੇ ਵਿੱਚ ਜ਼ੋਨ ਨੰਬਰ 3 ਅਤੇ 5 ਤੋਂ ਵਿਰੋਧੀ ਉਮੀਦਵਾਰਾਂ ਦੇ ਪੇਪਰ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ ਆਰੋਪ ਉਹਨਾਂ ਦੇ ਵੱਲੋਂ ਲਗਾਏ ਗਏ ਨੇ, ਜਿਸ ਕਰਕੇ ਉਹਨਾਂ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਹੁੰਚਣ ਤੇ ਚਰਨਜੀਤ ਚੰਨੀ ਦਾ ਵਿਰੋਧ ਕੀਤਾ ਜਾਏਗਾ। ਅਸੀਂ ਆਪਣਾ ਕੇਸ ਅੱਜ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਗਏ ਹਾਂ। ਅਸੀਂ ਉਹਨਾਂ ਨੂੰ ਇੱਕ ਪੇਪਰ ਪੇਸ਼ ਕੀਤਾ ਜਿਹੜੇ ਉਹ ਕਹਿੰਦੇ ਸੀਗੇ ਵੀ ਇਹਨਾਂ ਦੇ ਕੋਲ ਕੋਆਪਰੇਟਿਵ ਸੁਸਾਇਟੀ ਦਾ ਸਰਟੀਫਿਕੇਟ ਨਹੀਂ, ਕੋਆਪਰੇਟਿਵ ਬੈਂਕ ਦਾ ਸਰਟੀਫਿਕੇਟ ਨਹੀਂ। ਭਾਵੇਂ ਉਹਨਾਂ ਨੇ ਲੱਖ ਕੋਸ਼ਿਸ਼ਾਂ ਕੀਤੀਆਂ, ਸਾਡੇ ਸੈਕਟਰ ਨੂੰ ਕਿਡਨੈਪ ਕੀਤਾ, ਮੈਨੇਜਰਾਂ ਨੂੰ ਛੁੱਟੀ ਤੇ ਭੇਜਿਆ, ਪਰ ਅਸੀਂ ਉਹ ਕਾਗਜ਼ ਪੂਰੇ ਕਰਕੇ ਅਸੀਂ ਉਹ ਸਾਬਤ ਕਰਨ 'ਚ ਕਾਮਯਾਬ ਰਹੇ ਹਾਂ ਵੀ ਸਾਡੇ ਕੋਈ ਇਹੋ ਜਿਹੀ ਵਜ੍ਹਾ ਨਹੀਂ ਜਿਹਦੇ ਨਾਲ ਸਾਡੇ ਪੇਪਰ ਕੱਟੇ ਜਾ ਸਕਣ। ਹਾਂ, ਜੇ ਡਰ ਸੀ ਉਹਨਾਂ ਨੂੰ, ਇਹ ਡਰ ਸੀ ਵੀ ਜਿਹੜੇ ਅਸੀਂ ਦੋਹੇ ਕਿਸਾਨ ਜਥੇਬੰਦੀਆਂ ਦੇ ਉਮੀਦਵਾਰ ਸੀ ਉਹਨਾਂ 'ਚ ਹਿੰਮਤ ਨਹੀਂ ਸੀ ਸਾਨੂੰ ਫੇਸ ਕਰਨ ਦੀ। ਅਸੀਂ ਤਾਂ ਖੁੱਲ੍ਹਾ ਚੈਲੰਜ ਕਰਦੇ ਹਾਂ ਅੱਜ ਵੀ ਭਾਵੇਂ ਗੁਰਦੁਆਰੇ ਸਾਹਿਬ 2 ਪੇਟੀਆਂ ਰਖਾ ਲਵੇ, 2 ਪੇਟੀਆਂ ਰਖਾ ਕੇ ਵੋਟਾਂ ਪਵਾ ਲਵੇ, ਜੇ ਉਹਨਾਂ ਦੇ ਉਮੀਦਵਾਰ ਜਿੱਤ ਜਾਣ ਅਸੀਂ ਪਹਿਲਾਂ ਹਾਰ ਪਾਵਾਂਗੇ। ਅਸੀਂ ਕਹਿੰਦੇ ਹਾਂ ਕਿ ਜਿਹੜੇ ਸਾਡੇ ਪੇਪਰ ਨਾਮਜ਼ਦਗੀ ਭਰੀ ਸੀ ਮਿਲਕ ਪਲਾਂਟ ਮੋਹਾਲੀ ਦੀ, ਪੇਪਰ ਬਿਲਕੁਲ ਸਹੀ ਭਰੇਗੀ। ਸਿਆਸਤ ਦੇ ਤਹਿਤ ਚਰਨਜੀਤ ਸਿੰਘ ਚੰਨੀ ਨੇ ਆਪਣੀ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਪੇਪਰ ਸਾਡੇ ਰੱਦ ਕਰਵਾਏ ਨੇ। ਸੋ ਫਰਜ਼ ਬਣਦਾ ਸੀ ਕਿ ਮੰਤਰੀ ਪੰਜਾਬ ਦੇ ਨੇ, ਇਕੱਲੇ ਕਾਂਗਰਸ ਪਾਰਟੀ ਦੇ ਨਹੀਂ। ਸੋ ਇਹਨਾਂ ਨੂੰ ਜਿਹੜੀ ਇਲੈਕਸ਼ਨ ਆ ਬੜੀ ਫੇਅਰ ਕਰਾਉਣੀ ਚਾਹੀਦੀ ਸੀ। ਅਸੀਂ ਅੱਜ ਵੀ ਚੈਲੰਜ ਕਰਦੇ ਹਾਂ ਕਿ ਮੰਤਰੀ ਸਾਹਿਬ ਦੁਬਾਰਾ ਇਹਨਾਂ ਤੋਂ ਅਸਤੀਫੇ ਦਵਾ ਕੇ ਦੋਨੇ ਜ਼ੋਨਾਂ 'ਚ ਦੁਬਾਰਾ ਚੋਣ ਕਰਵਾਉਣ ਤਾਂ ਕਿ ਲੋਕਤੰਤਰ ਤਰੀਕੇ ਨਾਲ ਹਾਰ ਜਿੱਤ ਦਾ ਸਹੀ ਫੈਸਲਾ ਪਤਾ ਲੱਗ ਸਕੇ। ਉਧਰ ਮਨਰੇਗਾ ਵਰਕਰਾਂ ਦੇ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਲਈ ਕੁਝ ਅਜਿਹਾ ਹੀ ਐਲਾਨ ਕੀਤਾ ਗਿਆ। ਮਨਰੇਗਾ ਕਰਮਚਾਰੀਆਂ ਨੇ ਐਲਾਨ ਕੀਤਾ ਹੈ ਕਿ 2022 ਦੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਅਸੀਂ ਬਾਈਕਾਟ ਕਰਾਂਗੇ। ਖਾਸ ਤੌਰ ਦੇ ਉੱਤੇ ਇਸ ਦਾ ਖਮਿਆਜ਼ਾ ਮੌਜੂਦਾ ਸੱਤਾਧਾਰੀ ਸਰਕਾਰ ਨੂੰ ਭੁਗਤਣਾ ਪਏਗਾ। ਇਹ 9/7/2021 ਤੋਂ ਜਿਹੜਾ ਹੜਤਾਲ ਆ ਨਰੇਗਾ ਕਰਮਚਾਰੀਆਂ ਦੀ ਚੱਲ ਰਹੀ ਆ, ਜਿਹਦੇ 'ਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੱਦੇ ਅਨੁਸਾਰ ਅਤੇ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਅਨੁਸਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਸੰਬੰਧ ਵਿੱਚ ਜਿਹੜੀ ਹੜਤਾਲ ਆ ਉਹ ਚੱਲ ਰਹੀ ਹੈ। ਹੋਰ ਵੀ ਕੋਈ ਮੰਗਾਂ ਹੈ ਪੱਕੇ ਕਰਨ ਤੋਂ ਇਲਾਵਾ? ਮੰਗ ਇਹੀ ਆ ਵੀ ਇੱਕੋ ਇੱਕ ਮੰਗ ਆ ਮਹਿਕਮੇ ਤੋਂ ਔਰ ਸਰਕਾਰ ਤੋਂ ਵੀ ਜਿਹੜੇ ਮੁਲਾਜ਼ਮ 10 ਸਾਲਾਂ ਤੋਂ ਪਿਛਲੇ ਕੱਚੇ ਬਹੁਤ ਹੀ ਘੱਟ ਤਨਖਾਹਾਂ 'ਤੇ ਕੰਮ ਕਰ ਰਹੇ ਆ ਉਹਨਾਂ ਨੂੰ ਪੱਕਾ ਵਿਭਾਗਾਂ ਦੇ ਵਿੱਚ ਰੈਗੂਲਰ ਕਰਿਆ ਜਾਵੇ। ਸਟੇਟ ਕਮੇਟੀ ਦੇ ਫੈਸਲੇ ਦਾ ਜਿਹੜਾ ਇੰਤਜ਼ਾਰ ਕਰਿਆ ਜਾਊਗਾ, ਪਰੰਤੂ ਸਟੇਟ ਕਮੇਟੀ ਵੱਲੋਂ ਜਿਹੜੀ ਕਾਲ ਆ ਇਹ ਇਹੀ ਆ ਵੀ ਜਦੋਂ ਤੱਕ ਸਰਕਾਰ ਆ ਜਿਹੜੀ ਮੰਗਾਂ ਨਹੀਂ ਮੰਨਦੀ ਉਸ ਸਮੇਂ ਤੱਕ ਜਿਹੜੀ ਮਨਰੇਗਾ ਕਰਮਚਾਰੀਆਂ ਦੀ ਹੜਤਾਲ ਆ ਇਸੇ ਤਰ੍ਹਾਂ ਜਾਰੀ ਰਹੂਗੀ। ਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਜਿਹਦੇ 'ਚ ਸਾਰੇ ਹੀ ਵਿਭਾਗਾਂ ਦੇ, ਚਾਹੇ ਉਹ ਬਿਜਲੀ ਵਿਭਾਗ ਲਾਈਏ, ਚਾਹੇ ਵਾਟਰ ਸਪਲਾਈ ਦੀ ਗੱਲ ਕਰੀਏ, ਚਾਹੇ ਮਨਰੇਗਾ ਦੀ ਗੱਲ ਕਰੀਏ, ਉਹਨਾਂ ਦੇ ਜਿਹੜਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਹੈਗਾ ਉਹਦੇ ਸੱਦੇ ਦੇ ਅਨੁਸਾਰ ਜਦੋਂ ਤੱਕ ਵਿਭਾਗਾਂ ਦੇ ਵਿੱਚ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਸ ਸਮੇਂ ਤੱਕ ਧਰਨੇ ਆ ਜਿਹੜੇ ਹੜਤਾਲਾਂ ਉਹ ਜਾਰੀ ਰਹਿਣਗੀਆਂ। ਤੇ ਜਿਹੜੇ ਵੀ ਮਿਨਿਸਟਰ ਹੈਗੇ ਆ, MLA MP ਹੈਗੇ ਆ, ਜਿਹੜੇ ਉਹ ਵੋਟਾਂ ਲੈਣ ਆਉਣਗੇ ਉਹਨਾਂ ਦਾ ਪਿੰਡਾਂ ਦੇ ਵਿੱਚ ਘਰੋ ਆ ਜਿਹੜਾ ਕਰਿਆ ਜਾਊਗਾ। ਜਿੱਥੇ ਵੀ ਪਤਾ ਲੱਗਦਾ ਵੀ ਇਹ ਮੰਤਰੀ ਆ ਜਿਹੜੇ ਪਿੰਡਾਂ ਦੇ ਵਿੱਚ ਆ ਰਹੇ ਆ ਉਹਨਾਂ ਦਾ ਘਰੋ ਆ ਜਿਹੜਾ ਉਹ ਠੇਕਾ ਮੁਲਾਜ਼ਮਾਂ ਵੱਲੋਂ ਕਰਿਆ ਜਾਊਗਾ। ਉਧਰ ਪਟਵਾਰੀ ਅਤੇ ਕਾਨੂੰਗੋ ਵੀ ਪ੍ਰਦਰਸ਼ਨ ਦੇ ਉੱਤੇ ਨੇ। ਪਟਵਾਰੀ ਕਾਨੂੰਗੋ ਵੀ ਆਪਣੀ ਪ੍ਰਦਰਸ਼ਨ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੜਕਾਂ ਦੇ ਉੱਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਕੰਨਾਂ ਤੋਂ ਸੁਣਨ ਤੋਂ ਸਮਰਥ ਜਾਪ ਰਹੀ ਹੈ, ਕਿਸੇ ਵੀ ਵਰਗ ਦੀ ਸਰਕਾਰ ਦੇ ਵੱਲੋਂ ਸੁਣੀ ਨਹੀਂ ਜਾ ਰਹੀ। ਸਾਡਾ ਇਹ ਧਰਨਾ 15 ਜੁਲਾਈ ਤੋਂ ਚੱਲ ਰਿਹਾ ਜੋ ਲਗਾਤਾਰ ਚੱਲ ਜਾ ਰਿਹਾ। ਇਹ ਹਰ ਵੀਰਵਾਰ ਹਰ ਸ਼ੁੱਕਰਵਾਰ ਨੂੰ ਹਰੇਕ ਤਹਿਸੀਲ 'ਚ ਲਾਇਆ ਜਾਂਦਾ।
ਇਹ ਸਾਡੀ ਜਿਹੜੀ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਗ ਰਹੀਆਂ। ਮੰਗਾਂ ਕਿਹੜੀਆਂ ਕਿਹੜੇ ਕੀ ਸਾਡੀਆਂ ਮੰਗਾਂ ਜਿਹੜੇ ਨਵੇਂ ਪਟਵਾਰੀ ਭਰਤੀ ਹੋਏ ਉਹਨਾਂ ਦਾ 5 ਸਾਲ ਹੋ ਗਏ ਭਰਤੀ ਹੋਇਆਂ ਨੂੰ, ਉਹ ਹਜੇ ਬੇਸਿਕ ਪੇਪਰ ਚੱਲ ਰਹੇ ਆ। ਜਿਹੜੇ ਉਹਨਾਂ ਦਾ ਟ੍ਰੇਨਿੰਗ ਦਾ 1.5 ਸਾਲ ਹੈ ਉਹ ਉਹਦੇ ਪਰਕਾਲ ਦੇ ਵਿੱਚ ਮਿਲਾਉਣਾ ਹੈ। ਜੋ ਪਰਕਾਲ ਹੈ ਉਹ 3 ਸਾਲ ਹੈ, ਉਹਨੂੰ ਘਟਾ ਕੇ 2 ਸਾਲ ਕਰਨਾ ਹੈ। ਜਿਹੜੇ ਸਾਡੇ 1996 ਦੇ ਭਰਤੀ ਹੈ ਪਟਵਾਰੀ ਉਹਨਾਂ ਦਾ ਪੇ ਵਿੱਚ ਕਾਫੀ ਉਹਨਾਂ ਦਾ ਵੀ ਸੀਨੀਅਰ ਜੂਨੀਅਰ ਦਾ ਪਾੜਾ ਉਹ ਵੀ ਇੱਕ ਬਰਾਬਰ ਕਰਨ ਨੂੰ ਕਿਹਾ ਵਾ। ਉਹ 3000 ਨਵੇਂ ਪਟਵਾਰੀ ਭਰਤੀ ਕਰਨ ਦੀ ਹੈ ਮੰਗ ਹੈ। ਅਤੇ ਜਿਹੜੇ ਸਾਡੇ ਕਮਰੇ ਹੈ ਪਟਵਾਰੀਆਂ ਦੇ ਉਹ 12x12 ਕਰਨ ਵਾਸਤੇ ਕਿਹਾ ਵਾ। ਵਿੱਚ ਅਲਮਾਰੀਆਂ, ਫਰਨੀਚਰ ਔਰ ਚੌਕੀਦਾਰ ਇਹਨਾਂ ਦਾ ਪ੍ਰਬੰਧ ਕਰਨ ਨੂੰ ਕਿਹਾ ਵਾ। ਜੀ ਪਟਵਾਰੀ ਤਾਂ ਬਹੁਤ ਘੱਟ ਹਨ ਹਰੇਕ ਜ਼ਿਲ੍ਹੇ ਦੇ ਵਿੱਚ, ਅਤੇ ਤਕਰੀਬਨ ਅਸੀਂ ਸਰਕਾਰ ਤੋਂ ਮੰਗ ਕੀਤੀ ਸੀ ਘੱਟੋ ਘੱਟ 3000 ਪੋਸਟਾਂ ਦੇਣ, ਪਰ ਉਹਨਾਂ ਨੇ 1000 ਪੋਸਟਾਂ ਹੀ ਦਿੱਤੀਆਂ ਹੈ। ਪਰੰਤੂ ਜਿਹੜਾ ਹੁਣ ਦੇਖਿਆ ਜਾਵੇ ਮੌਜੂਦਾ ਸਮਾਂ ਇੱਕ ਪਟਵਾਰੀ ਕੋਲ 5-5 ਸਰਕਲ ਆ, ਜਿਹੜਾ ਕਿ ਬਹੁਤ ਵਾਧੂ ਬੋਝ ਉਹਨਾਂ 'ਤੇ ਪਿਆ ਵਾ। ਅਤੇ ਇਹਦੇ ਵਿੱਚ ਆਪਣੇ ਜਿਹੜੇ ਨਵੇਂ ਪਟਵਾਰੀ ਆ ਉਹ ਤਾਂ ਵਿਚਾਰੇ 5 ਸਾਲ ਹੋ ਗਏ ਉਹਨਾਂ ਨੂੰ, ਅਤੇ ਸਿਰਫ 10,000 ਦੇ ਵਿੱਚ ਹੀ ਕੰਮ ਕਰ ਰਹੇ ਆ ਉਹ। ਅਤੇ 5 ਸਾਲ ਦੇ ਵਿੱਚ ਕੋਈ ਵੀ ਮਹਿਕਮਾ ਨਹੀਂ ਹੈਗਾ ਇਹੋ ਜਿਹਾ ਦੁਨੀਆ ਦੇ ਵਿੱਚ ਜਿਹੜਾ 5 ਸਾਲ ਲਈ ਪਰਖ ਕਾਲ ਹੋਵੇ ਜਿਨ੍ਹਾਂ ਦਾ। ਉਧਰ ਕਿਸਾਨ ਅੰਦੋਲਨ ਨੂੰ ਵੱਡੇ ਪੱਧਰ ਦੇ ਉੱਤੇ ਸਮਰਥਨ ਮਿਲ ਰਿਹਾ ਹੈ। ਇੱਕ ਪਾਸੇ ਜਿੱਥੇ ਸਿਆਸੀ ਸਮਰਥਨ ਮਿਲ ਰਿਹਾ, ਉਧਰ ਦੂਜੇ ਪਾਸੇ ਆਮ ਲੋਕ ਅਤੇ ਵਿਦਿਆਰਥੀ ਵਰਗ ਦੇ ਵੱਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਸਟੂਡੈਂਟਸ ਦੇ ਵੱਲੋਂ ਮਿਲ ਕੇ ਇੱਕ ਪ੍ਰਦਰਸ਼ਨ ਬੀਤੇ ਦਿਨ ਅੰਮ੍ਰਿਤਸਰ ਦੇ ਵਿੱਚ ਕੀਤਾ ਗਿਆ ਹੈ। ਭੰਡਾਰੀ ਪੁਲ ਦੇ ਉੱਤੇ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਦੇ ਹੱਕ ਦੇ ਵਿੱਚ, ਤੇ ਨੌਜਵਾਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਇਸੇ ਤਰ੍ਹਾਂ ਕਿਸਾਨਾਂ ਦੇ ਨਾਲ ਹਰ ਕਦਮ ਦੇ ਉੱਤੇ ਖੜੇ ਰਹਾਂਗੇ। ਇਹ ਜੀ ਇੱਕ ਆ ਜਿਹੜੇ ਆਪਣੇ ਲੋਕਲ ਕਾਲਜਾਂ ਤੋਂ ਨੌਜਵਾਨਾਂ ਵੱਲੋਂ ਇਹ ਕੀਤਾ ਗਿਆ ਸੀ ਜੀ ਵੀ ਅੱਜ ਆਪਾਂ ਭੰਡਾਰੀ ਪੁਲ ਦੇ ਉੱਤੇ ਜਿਹੜਾ ਕਿਸਾਨਾਂ ਵੱਲੋਂ ਜਿਹੜੇ ਉੱਥੇ ਦਿੱਲੀ ਦੇ ਵਿੱਚ ਬਾਰਡਰਾਂ ਤੇ ਬੈਠੇ ਨੇ, ਜੇ ਆਪਾਂ ਉੱਥੇ ਨਹੀਂ ਜਾ ਸਕਦੇ ਕਾਲਜਾਂ ਦੀ ਪੜ੍ਹਾਈ ਕਾਰਨ, ਚਾਹੇ ਆਨਲਾਈਨ ਪੜ੍ਹਾਈ ਚੱਲ ਰਹੀ ਉਹਦੇ ਕਾਰਨ, ਆਪਾਂ ਇੱਥੇ ਪ੍ਰਦਰਸ਼ਨ ਕਰੀਏ ਤੇ ਉਹਨਾਂ ਦੀ ਪੂਰਾ ਸਮਰਥਨ ਦਈਏ। ਜਿੰਨਾ ਚਿਰ ਇਹ ਕਾਨੂੰਨ ਨਹੀਂ ਵਾਪਸ ਹੁੰਦੇ ਆਪਾਂ ਉਹਨਾਂ ਦੇ ਨਾਲ ਆ। ਇਹ ਸੰਦੇਸ਼ਾ ਦੇਣ ਲਈ ਅੱਜ ਇੱਥੇ ਭੰਡਾਰੀ ਪੁਲ ਤੇ ਖੜੇ ਆ ਜੀ। ਨਹੀਂ ਜੀ, ਭਾਰਤੀ ਕਿਸਾਨੀ ਏਕਤਾ ਅਗਰਾਹਾਂ ਚਾਹੇ ਸਮੁੱਚਾ ਆਪਣੀ ਯੂਨੀਅਨ ਜਿੱਥੇ ਆਪਾਂ ਨੂੰ ਬੁਲਾਊਗੀ, ਜਿਹੜੀ ਆਪਾਂ ਨੂੰ ਕਾਲ ਲਾਗੂ ਕਰਨ ਲਈ ਕਹੂਗੀ ਉੱਥੇ ਲਾਗੂ ਕਰਾਂਗੇ। ਜਦੋਂ ਆਪਣਾ ਵਿਹਲਾ ਟਾਈਮ ਹੋਊਗਾ ਇਹਨਾਂ ਨੌਜਵਾਨਾਂ ਵੱਲੋਂ ਟਿੱਕਰੀ ਬਾਰਡਰ ਤੇ ਵੀ ਜਾਇਆ ਜਾਊਗਾ, ਜਿਵੇਂ ਸਾਡੀ ਭਾਰਤੀ ਕਿਸਾਨੀ ਏਕਤਾ ਅਗਰਾਹਾਂ ਵੱਲੋਂ, ਬਲਾਕ ਅਜਨਾਲਾ ਵੱਲੋਂ, ਬਲਾਕ ਅਟਾਰੀ ਵੱਲੋਂ, ਵੱਖ-ਵੱਖ ਬਲਾਕਾਂ ਵੱਲੋਂ ਟਿੱਕਰੀ ਬਾਰਡਰ ਤੇ ਐਤਵਾਰ ਦੇ ਐਤਵਾਰ ਬੱਸਾਂ ਭੇਜੀਆਂ ਜਾਂਦੀਆਂ। ਉਸੇ ਰੂਪ ਦੇ ਵਿੱਚ ਕਾਫਲਿਆਂ ਦੇ ਵਿੱਚ ਵੀ ਆਪਾਂ ਸਮੂਲੀਅਤ ਕਰਾਂਗੇ। ਲੋੜ ਪੈਣ ਤੇ ਉੱਥੇ ਹੋਰ ਸੰਘਰਸ਼ ਨੂੰ ਤੇਜ਼ ਕੀਤਾ ਜਾਊਗਾ, ਉੱਥੇ ਗਿਣਤੀ ਹੋਰ ਵਧਾਈ ਜਾਊਗੀ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਇੰਨਾ ਹੀ। ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।